ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਵੀਨਸ ਬੀਰ ਇਮੀਗ੍ਰੇਸ਼ਨ ਤੋਂ। ਅੱਜ ਇਸ ਸੀਰੀਜ਼ ਦੀ 11ਵੀਂ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕੈਨੇਡਾ ਸਟੱਡੀ ਵੀਜ਼ਾ ਦੇ ਵਿੱਚ ਹੋਣ ਵਾਲੇ ਇੱਕ ਐਸੇ ਸਕੈਮ ਦੀ ਜੋ ਕਿ ਬਹੁਤ ਸਾਰੇ ਬੱਚਿਆਂ ਦੇ ਨਾਲ ਹੋ ਵੀ ਚੁੱਕਾ ਵਾ ਔਰ ਹੋ ਵੀ ਸਕਦਾ ਵਾ। ਬਹੁਤ ਸਾਲ ਤੋਂ ਇੱਕ ਗੇਮ ਚੱਲੀ ਆ ਰਹੀ ਹੈ ਜੋ ਕਿ ਬੱਚਿਆਂ ਨੂੰ ਸਮਝ ਨਹੀਂ ਲੱਗਦੀ। ਜ਼ਿਆਦਾਤਰ ਕੰਸਲਟੈਂਟ ਕਰਦੇ ਕੀ ਆ ਕਿ ਬੱਚਿਆਂ ਦੇ ਡਰ ਦੇ ਨਾਲ ਖੇਡਦੇ ਆ। ਜਿੰਨੀ ਦੇਰ ਤੱਕ ਉਹ ਤੁਹਾਨੂੰ ਡਰਾਉਣਗੇ ਨਾ ਇਹ ਕਹਿ ਕੇ ਕਿ ਤੁਹਾਡੇ ਡਾਕੂਮੈਂਟਸ ਜੇ ਇਹ ਵਾਲੇ ਨਾ ਹੋਏ ਤੇ ਤੁਹਾਡਾ ਵੀਜ਼ਾ ਨਹੀਂ ਆਊਗਾ, ਤੇ ਹਰ ਇੱਕ ਬੱਚਾ ਇਹ ਸੋਚਦਾ ਵਾ ਕਿ ਯਾਰ ਜੇ ਇਹ ਮੈਂ ਡਾਕੂਮੈਂਟ ਲਾ ਦੂੰਗਾ ਫਿਰ ਕਿਹੜੀ ਗੱਲ ਆ, ਲੱਖ 2 ਲੱਖ ਰੁਪਏ ਦੀ ਗੱਲ ਆ, ਵੱਧ ਲਾ ਦੂੰਗਾ ਤੇ ਮੇਰਾ ਵੀਜ਼ਾ ਆ ਜਾਊਗਾ। ਪਰ ਐਸਾ ਨਹੀਂ ਹੁੰਦਾ। ਹੁਣ ਸਮਝੋ ਕਿ ਤੁਸੀਂ ਕਿਸੇ ਵੀ ਡਾਕਟਰ ਦੇ ਕੋਲ ਜਾਂਦੇ ਹੋ ਤੇ ਜੇ ਡਾਕਟਰ ਇਹ ਕਹਿ ਦੇ ਕਿ ਤੁਹਾਨੂੰ ਇਹ ਵਾਲੀ ਬਿਮਾਰੀ ਹੈਗੀ ਆ ਤੇ ਤੁਹਾਨੂੰ ਇਹੀ ਦਵਾਈ ਖਾਣੀ ਪੈਣੀ ਆ ਤੇ ਇਦਾਂ ਹੀ ਪਰਹੇਜ਼ ਕਰਨਾ ਪੈਣਾ ਵਾ, ਤੇ ਤੁਹਾਨੂੰ ਉਹਦੀ ਗੱਲ ਮੰਨਣੀ ਹੀ ਪੈਂਦੀ ਹੈ ਕਿਉਂਕਿ ਤੁਹਾਨੂੰ ਵੀ ਪਤਾ ਵਾ ਕਿ ਅਗਲਾ ਡਾਕਟਰ ਵਾ ਉਸ ਚੀਜ਼ ਦਾ, ਤੇ ਤੁਹਾਨੂੰ ਉਹ ਡਾਕਟਰ ਦੇ ਕਹਿਣ ਦੇ ਉੱਪਰ ਭਾਵੇਂ ਤੁਹਾਨੂੰ ਪਤਾ ਹੋਵੇ ਜਾਂ ਨਾ ਪਤਾ ਹੋਵੇ ਉਸ ਚੀਜ਼ ਦੇ ਬਾਰੇ, ਤੁਸੀਂ ਉਦਾਂ ਹੀ ਕਰਦੇ ਹੋ ਜਿੱਦਾਂ ਡਾਕਟਰ ਨੇ ਕਿਹਾ ਹੁੰਦਾ ਵਾ। ਸੇਮ ਉਸੇ ਤਰ੍ਹਾਂ ਤੁਸੀਂ ਇੱਕ ਕੰਸਲਟੈਂਟ ਨੂੰ ਮੰਨਦੇ ਹੋ ਕਿ ਜੋ ਕੰਸਲਟੈਂਟ ਨੇ ਕਹਿਤਾ ਸਮਝ ਲਓ ਉਹੀ ਤੁਹਾਡੀ ਫਾਈਲ ਦੇ ਵਿੱਚ ਹੋਣਾ ਵਾ। ਜੇ ਕੰਸਲਟੈਂਟ ਨੇ ਕਹਿਤਾ ਕਿ ਫਾਈਲ ਇਕੱਲੇ ਦੀ ਲਾ ਤੇ ਇਕੱਲੇ ਦੀ ਲਾਉਣੀ ਹੈ, ਜੇ ਫਾਈਲ ਕਹਿਤਾ ਦੋਵਾਂ ਦੀ ਲਾ ਤੇ ਦੋਵਾਂ ਦੀ ਲਾਉਣੀ ਹੈ। ਕਿ ਜੇ ਤੂੰ ਇਕੱਲਾ ਜਾਊਂਗਾ ਤੇ ਪਿੱਛੇ ਤੇਰੀ ਜਿਹੜੀ ਫੈਮਿਲੀ ਹੋਊਗੀ ਫਿਰ ਐਮਬੈਸੀ ਨੇ ਵੀਜ਼ਾ ਦੇਣਾ ਵਾ, ਤੇ ਜੇ ਤੂੰ ਆਪਣਾ ਦੋਵੇਂ ਇਕੱਠੇ ਚੱਲ ਜਾਓਗੇ ਤੇ ਉਹਨਾਂ ਨੇ ਇਹ ਸੋਚਣਾ ਵਾ ਕਿ ਕਿਤੇ ਤੁਸੀਂ ਸਾਰੀ ਬਾਹਰ ਚੱਲੇ ਜੇ। ਇਹੋ ਜਿਹੇ ਵਹਿਮ ਪਤਾ ਨਹੀਂ ਉਹ ਕਿੰਨੇ ਤਰ੍ਹਾਂ ਦੇ ਤੁਹਾਨੂੰ ਪਾਉਂਦੇ ਆ। ਹੁਣ ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰੀਏ ਆਪਾਂ, ਕੈਨੇਡਾ ਸਟੱਡੀ ਵੀਜ਼ਾ ਦੇ ਵਿੱਚ ਕਰਦੇ ਕੀ ਆ ਕਿ ਸਮਝ ਲਓ ਬੱਚੇ ਦਾ ਸਾਲ 1.5 ਸਾਲ ਦਾ ਗੈਪ ਹੀ, ਉਹਦੀ ਕਿਸੇ ਤਰੀਕੇ ਨਾਲ ਗੈਪ ਜਸਟੀਫਿਕੇਸ਼ਨ ਦੇ ਕੇ ਅਗਲੇ ਦੀ ਫਾਈਲ ਲਾਤੀ, ਰੱਬ ਸਬੱਬੀ ਉਹਦਾ ਵੀਜ਼ਾ ਵੀ ਆ ਗਿਆ। ਕੰਸਲਟੈਂਟ ਨੂੰ ਯਕੀਨ ਨਹੀਂ ਹੁੰਦਾ ਕਿ ਵੀਜ਼ਾ ਆਊਗਾ, ਪਰ ਸਮਝ ਲਓ ਉਹਦਾ ਵੀਜ਼ਾ ਆ ਗਿਆ। ਹੁਣ ਕੰਸਲਟੈਂਟ ਦੇ ਕੋਲ ਨਾ ਇੱਕ ਹਥਿਆਰ ਆ ਬੜਾ ਵੱਡਾ, ਉਹਨੇ ਕਰਨਾ ਆਪਣੇ ਸਟੂਡੈਂਟ ਨੂੰ ਫੋਨ ਕਿ ਵੀਰ ਦੇਖ ਮੇਰੇ ਕੋਲ ਤੇਰਾ ਹੈਗਾ ਹੀ ਉਹ ਗੈਪ, ਤੇ ਮੇਰੇ ਕੋਲ ਇੱਕ ਜੁਗਾੜ ਹੈਗਾ, ਮੇਰੇ ਕੋਲ ਸੈਟਿੰਗ ਆ, ਮੈਂ ਤੇਰਾ ਕਿਸੇ ਨਾ ਕਿਸੇ ਤਰੀਕੇ ਨਾਲ ਵੀਜ਼ਾ ਲਵਾ ਦੂੰਗਾ, ਪਰ ਤੈਨੂੰ ਰੁਪਈਆ 8 ਲੱਖ ਰੁਪਇਆ ਦੇਣਾ ਪੈਣਾ ਹੀ। ਜੇ ਤੇ 8 ਲੱਖ ਦੇ ਦੂੰਗਾ, ਤੇਰੇ ਕੋਲ ਦਿਨ ਸਿਰਫ ਅੱਜ ਸ਼ਾਮ ਤੱਕ ਦਾ ਹੈਗਾ ਵਾ, ਸ਼ਾਮ ਦੇ 5 ਵਜੇ ਤੱਕ ਜੇ ਤੇ ਹਾਂ ਕਰ ਦੂੰਗਾ ਓਕੇ ਆ, ਨਹੀਂ ਤੇ ਸਵੇਰ ਨੂੰ ਤੇਰੀ ਫਾਈਲ ਰਿਫਿਊਜ਼ ਹੋ ਜਾਣੀ ਆ। ਤੇ ਬੱਚੇ ਨੂੰ ਪਤਾ ਹੁੰਦਾ ਵਾ, ਇਹਨਾਂ ਨੂੰ ਕੰਸਲਟੈਂਟ ਨੂੰ ਵੀ ਪਤਾ ਹੁੰਦਾ ਵਾ ਕਿ ਬੱਚੇ ਦੇ ਡਰ ਨਾਲ ਖੇਡਣਗੇ, ਤੇ ਬੱਚਾ ਤੇ ਪਹਿਲਾਂ ਹੀ ਇਹ ਕਹਿੰਦਾ ਸੀ ਕਿ ਪੈਸੇ ਜਿੰਨੇ ਮਰਜ਼ੀ ਲੱਗ ਜਾਣ ਭਾਜੀ ਵੀਜ਼ਾ ਆਉਣਾ ਚਾਹੀਦਾ। ਤੇ ਉਹਨੇ ਕੰਸਲਟੈਂਟ ਨੇ ਇਹ ਗੱਲਾਂ ਜਿਹੜੀਆਂ ਹੁੰਦੀਆਂ ਵਾ ਤੁਹਾਡੀਆਂ ਪਹਿਲਾਂ ਹੀ ਸਮਝੀਆਂ ਹੁੰਦੀਆਂ ਵਾ। ਹੁਣ ਬੱਚਾ ਫਿਰ ਆਪਣੇ ਘਰਦਿਆਂ ਦੇ ਰਗਾ 'ਚ ਗੂਠ ਦੇ ਕੇ ਫਿਰ ਇਹ ਕਹਿੰਦਾ ਵਾ ਕਿ ਭਾਵੇਂ ਕੋਈ ਗੱਲ ਨਹੀਂ, ਅਗਲਾ ਬੰਦਾ ਤੁਹਾਨੂੰ ਵੀ ਪਤਾ ਹੁੰਦਾ ਵਾ ਕਿ ਅਗਲਾ ਝੂਠ ਬੋਲਦਾ ਪਿਆ ਵਾ, ਪਰ ਫਿਰ ਵੀ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਡਰ ਹੁੰਦਾ ਵਾ ਕਿ ਸ਼ਾਇਦ ਕਿਤੇ ਇਹ ਨਾ ਹੋਵੇ ਕਿ ਸਾਡਾ ਵੀਜ਼ਾ ਰਿਫਿਊਜ਼ ਹੋ ਜੇ। ਤੇ ਤੁਹਾਨੂੰ ਇਹ ਵੀ ਹੁੰਦਾ ਵਾ ਕਿ ਯਾਰ ਜੇ ਇਹ ਏਡੀ ਗਰੰਟੀ ਚੁੱਕਦਾ ਪਿਆ ਵਾ ਕਿ ਵੀਜ਼ਾ ਪੱਕਾ ਲੱਗੂਗਾ, ਤੇ ਉਤੋਂ ਨੇ ਵੀ ਕਿਹਾ ਹੁੰਦਾ ਕਿ ਪੈਸੇ ਵੀ ਤੁਹਾਡੇ ਵੀਜ਼ਾ ਲਵਾਉਣ ਤੋਂ ਬਾਅਦ ਹੀ ਲਵਾਂਗਾ ਸਾਰੇ। ਤੇ ਪਰ ਤੁਹਾਨੂੰ ਇਹ ਹੁੰਦਾ ਕਿ ਜੇ ਅਗਲੇ ਦੀ ਸੈਟਿੰਗ ਹੈਗੀ ਆ, ਜੇ ਇੰਨੇ ਪੈਸੇ ਦੇ ਕੇ ਵੀਜ਼ਾ ਆਉਂਦਾ ਵਾ ਤੇ ਪੈਸੇ ਦੇ ਹੀ ਦਿੰਦੇ ਆ, ਪਰ ਤੁਹਾਡਾ ਵੀਜ਼ਾ ਜਿਹੜਾ ਵਾ ਉਹ ਲੱਗ ਚੁੱਕਾ ਹੁੰਦਾ ਵਾ ਉਸ ਟਾਈਮ ਦੇ ਉੱਪਰ। ਜਦੋਂ ਬਾਅਦ ਚ ਤੁਸੀਂ ਪੈਸੇ ਦੀ ਗੱਲ ਦੀ ਹਾਮੀ ਭਰਦੇ ਹੋ ਕਿ ਹਾਂ ਓਕੇ, ਉਸੇ ਟਾਈਮ ਉਹ ਜਿਹੜੀ ਗੇਮ ਆ ਪੈ ਜਾਂਦੀ ਆ। ਅਗਲੇ ਦਿਨ ਹੀ ਤੁਹਾਨੂੰ ਫੋਨ ਆ ਜਾਂਦਾ ਕਿ ਭਾਜੀ ਵਧਾਈਆਂ ਹੋਣ ਤੁਹਾਡਾ ਵੀਜ਼ਾ ਆ ਗਿਆ ਜੇ। ਤੇ ਜੇ ਕਿਤੇ ਬੰਦੇ ਨੇ ਨਾ ਕਰਤੀ ਹੋਵੇ ਤੇ ਫਿਰ ਕੀ ਕਰਦੇ ਆ, ਵੀਜ਼ਾ ਤੇ ਫਿਰ ਵੀ ਆਉਣਾ ਹੀ ਆ। ਫਿਰ ਕੀ ਕਰਦੇ ਆ ਕਿ ਫਿਰ ਉਹਨੂੰ ਵੀਜ਼ਾ ਹਫਤੇ 10 ਦਿਨ ਬਾਅਦ ਦੱਸਦੇ ਆ ਕਿ ਤੇਰਾ ਵੀਜ਼ਾ ਆ ਗਿਆ ਵਾ। ਚਲ ਸ਼ੁਕਰ ਆ ਕਿ ਰੱਬ ਸਬੀ ਵੀਜ਼ਾ ਆ ਗਿਆ, ਸਾਡਾ ਬੜਾ ਜ਼ੋਰ ਹੋ ਗਿਆ ਈ। ਉਹ ਆਪ ਤੂੰ ਤੇ ਨਹੀਂ ਮੰਨਿਆ, ਪਰ ਆਪਾਂ ਆਪਣੇ ਵੱਲੋਂ ਕੁਝ ਨਾ ਕੁਝ ਕਰਕੇ ਤੇ ਆਪਾਂ ਜੁਗਾੜ ਚਲਾਤਾ ਕਿ ਤੂੰ ਆਪਣਾ ਭਰਾ ਵਾ। ਪਰ ਇਹੋ ਜੀ ਕੋਈ ਚੀਜ਼ ਨਹੀਂ ਹੁੰਦੀ। ਜਦੋਂ ਵੀਜ਼ਾ ਹੁੰਦਾ ਨਾ ਤੇ ਤੁਹਾਡੀ ਜਿਹੜੀ ਵੀਜ਼ੇ ਦੀ ਡੇਟ ਲਿਖੀ ਹੁੰਦੀ ਆ ਉਹ ਐਡਿਟ ਕਰਕੇ ਤੁਹਾਨੂੰ ਦੇ ਦਿੰਦੇ ਆ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਹਾਡਾ ਵੀਜ਼ਾ ਕਿੰਨੀ ਤਰੀਕ ਨੂੰ ਆਇਆ ਵਾ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਵਾ ਨਾ ਤੁਹਾਡੀ ਫਾਈਲ ਦੇ ਵਿੱਚ, ਇਹ ਚੀਜ਼ਾਂ ਬੜੀ ਦੇਰ ਤੋਂ ਚੱਲਦੀਆਂ ਆ ਰਹੀਆਂ ਵਾ, ਪਰ ਇਹ ਚੀਜ਼ਾਂ ਦੇ ਵਿੱਚ ਖੁਦ ਸਮਝਦਾਰ ਬਣੋ। ਹੁਣ ਅੱਜ ਕੱਲ ਦਾ ਜੋ ਜ਼ਮਾਨਾ ਆ ਗਿਆ ਵਾ, ਇੱਥੇ ਬਾਕੀ ਸਾਰੀਆਂ ਚੀਜ਼ਾਂ ਵਿੱਚ ਤੁਸੀਂ ਤੇਜ਼ ਹੈਗੇ ਜੇ, ਪਰ ਇਹੋ ਜਿਹੀਆਂ ਚੀਜ਼ਾਂ ਇਹੋ ਜਿਹੇ ਟਾਈਮ ਤੇ ਆ ਕੇ ਨਾ ਤੁਸੀਂ ਵੀ ਆਪਣਾ ਬੇਸਮਝ ਹੋ ਜਾਂਦੇ ਹੋ ਕਿ ਤੁਸੀਂ ਆਪਣਾ ਸਾਰੀ ਆਪਣੇ ਹੱਥ, ਆਪਣੇ ਜਿਹੜਾ ਕੰਮ ਹੁੰਦਾ ਵਾ ਅਗਲੇ ਦੇ ਹੱਥ ਦੇ ਵਿੱਚ ਰੱਖ ਦਿੰਦੇ ਜੇ, ਬਸ ਹੁਣ ਤੇਰੇ ਹੱਥ 'ਚ ਹੀ ਮੇਰੀ ਜ਼ਿੰਦਗੀ ਹੈਗੀ ਆ। ਕੰਸਲਟੈਂਟ ਦੀ ਗਲਤੀ ਤੇ ਹੈਗੀ ਆ, ਪਰ ਸੋਚੋ ਕਿ ਉਹਦਾ ਬਿਜ਼ਨਸ ਆ। ਇੱਕ ਬਿਜ਼ਨਸ ਵਾਲੇ ਬੰਦੇ ਨੇ ਇਹੀ ਵੇਖਣਾ ਵਾ ਕਿ ਉਹਦਾ ਬਿਜ਼ਨਸ ਕਿਹੜੇ ਤਰੀਕੇ ਨਾਲ ਵੱਧਦਾ ਵਾ, ਕਿਹੜੀ ਮਾਰਕੀਟਿੰਗ ਕਰੇ ਜਿਹਦੇ ਨਾਲ ਉਹਨੂੰ ਵੱਧ ਪੈਸੇ ਆ ਸਕਦੇ ਆ। ਇਹ ਹੁਣ ਤੁਹਾਡਾ ਫਰਜ਼ ਵਾ ਕਿ ਤੁਸੀਂ ਆਪਣੀ ਚੀਜ਼ ਉੱਥੋਂ ਬਚਾਉਣੀ। ਬੜੇ ਜਾਣੇ ਹੁਣ ਮੈਨੂੰ ਇਹ ਚੀਜ਼ ਵੀ ਕਹਿਣਗੇ ਕਿ ਲੈ ਆਪਣਾ ਰੱਬ ਵੇਖਦਾ ਵਾ, ਕੰਸਲਟੈਂਟ ਨੂੰ ਚਾਹੀਦਾ ਵਾ, ਕੰਸਲਟੈਂਟ ਨੂੰ 100 ਗਾਲਾਂ ਕੱਢਣਗੇ। ਤੁਸੀਂ ਖੁਦ ਸੋਚੋ ਆਪ ਤੁਸੀਂ ਕਿੰਨੇ ਕੁ ਚੰਗੇ ਹੈਗੇ ਹੋ। ਜੇ ਤੁਹਾਨੂੰ ਮੌਕਾ ਮਿਲੇ ਨਾ ਕਿਸੇ ਕੰਮ ਦਾ ਤੇ ਤੁਸੀਂ ਵੀ ਮੌਕਾ ਛੱਡੋ ਨਾ। ਬੰਦਾ ਉਦੋਂ ਤੱਕ ਹੀ ਸਹੀ ਆ ਜਦੋਂ ਤੱਕ ਉਹਨੂੰ ਮੌਕਾ ਨਹੀਂ ਮਿਲਦਾ। ਜਿਹਨੂੰ ਮੌਕਾ ਮਿਲਦਾ ਵਾ ਉਹ ਆਪਣੀ ਮਾਰ ਮਾਰਦਾ ਹੀ ਮਾਰਦਾ ਵਾ।
ਹੁਣ ਤੁਸੀਂ ਜਦੋਂ ਬਾਹਰ ਜਾਣਾ ਵਾ, ਕੋਈ ਵੀ ਕੰਮ ਕਰਨਾ ਵਾ, ਤੁਸੀਂ ਵੀ ਤੇ ਇਹੀ ਚਾਹਣਾ ਵਾ ਕਿ ਜਿਹੜਾ ਤੁਹਾਡਾ ਕੰਮ ਚੱਲਦਾ ਪਿਆ ਵਾ ਉਸ ਪ੍ਰੋਡਕਟ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵੱਧ ਜਗ੍ਹਾ ਤੇ ਵੇਚੋ, ਵੱਧ ਕਮਾਈ ਆਵੇ, ਭਾਵੇਂ ਤੁਹਾਨੂੰ ਝੂਠ ਹੀ ਕਿਉਂ ਨਾ ਬੋਲਣਾ ਪਵੇ। ਤੁਸੀਂ ਹਰ ਕੋਈ ਵੀ ਜਿਹੜਾ ਬੰਦਾ ਇੱਥੇ ਆਇਆ ਵਾ, ਕੋਈ ਵੀ ਦੁੱਧ ਨਾਲ ਧੁਪਿਆ ਨਹੀਂ ਹੈਗਾ। ਸਾਰੇ ਜਾਣੇ ਹਰ ਇੱਕ ਤਰ੍ਹਾਂ ਦੇ ਹੁੰਦੇ, ਗੱਲ ਬਿਜ਼ਨਸ ਦੀ ਆ, ਹਰ ਇੱਕ ਦਾ ਆਪੋ ਆਪਣਾ ਬਿਜ਼ਨਸ ਆ। ਹੁਣ ਸਮਝਣਾ ਨਾ ਸਮਝਣਾ ਤੁਹਾਡੇ ਉੱਪਰ ਆ। ਇਹ ਵੀਡੀਓ ਦੇਖ ਕੇ ਤੁਸੀਂ ਜੋ ਗਲਤ ਕਮੈਂਟਬਾਜ਼ੀ ਕਰਨੀ ਕਰੋ, ਮੈਨੂੰ ਕੋਈ ਦਿੱਕਤ ਨਹੀਂ ਹੈਗੀ। ਮੈਨੂੰ ਸਿਰਫ ਇਹ ਆ ਕਿ ਜਿੰਨੇ ਬੱਚੇ ਵੀ ਵੀਜ਼ਾ ਲਵਾ ਰਹੇ ਆ, ਖੁਦ ਅਵੇਅਰ ਹੋਣ, ਤੁਹਾਨੂੰ ਖੁਦ ਨੂੰ ਪਤਾ ਹੋਵੇ ਕਿ ਤੁਸੀਂ ਜਸਟ ਇੱਕ ਫਾਈਲ ਅਪਲਾਈ ਕਰਦੇ ਪਏ ਹੋ ਕਿਸੇ ਹੋਰ ਕੰਟਰੀ ਦੀ। ਇਹ ਕੋਈ ਏਡੀ ਵੱਡੀ ਚੀਜ਼ ਨਹੀਂ ਹੈਗੀ, ਇਸ ਤੋਂ ਵੀ ਵੱਡੀਆਂ ਵੱਡੀਆਂ ਚੀਜ਼ਾਂ ਦੁਨੀਆਦਾਰੀ ਦੇ ਉੱਪਰ ਹੈਗੀਆਂ ਵਾ। ਕਿਸੇ ਕੰਟਰੀ ਦਾ ਵੀਜ਼ਾ ਲਵਾ ਕੇ ਤੁਸੀਂ ਕੋਈ ਵੱਡੇ ਰਾਜੇ ਮਹਾਰਾਜੇ ਨਹੀਂ ਬਣ ਜਾਂਦੇ। ਇੱਕ ਸਿਰਫ ਤੁਹਾਡਾ ਵੀਜ਼ਾ ਹੀ ਲੱਗਿਆ ਹੁੰਦਾ, ਬਾਹਰ ਜਾ ਕੇ ਬਾਅਦ ਚੋਂ ਪਤਾ ਲੱਗਦਾ ਵਾ, ਜਦੋਂ ਧੂੰਆਂ ਨਿਕਲ ਜਾਂਦਾ ਨਾ ਬਾਹਰ ਜਾ ਕੇ ਕੰਮ ਕਰ ਕਰਕੇ, ਫਿਰ ਪਤਾ ਲੱਗਦਾ ਵਾ। ਖੁਦ ਸਮਝਦਾਰ ਹੋਵੋ, ਇਹਨਾਂ ਚੀਜ਼ਾਂ ਦੇ ਵਿੱਚ ਅਵੇਅਰਨੈਸ ਖੁਦ ਫੈਲਾਓ, ਜਿਸ 'ਚ ਤੁਹਾਨੂੰ ਪਤਾ ਲੱਗੇ ਕਿ ਇੰਨੇ ਸਾਰੇ ਪੈਸੇ ਇੱਕ ਛੋਟੇ ਜਿਹੇ ਵੀਜ਼ੇ ਉੱਪਰ ਲਗਾਉਣੇ ਇਹ ਬੜੀ ਵੱਡੀ ਗੱਲ ਆ। ਇਹ ਚੀਜ਼ਾਂ ਦੇ ਉੱਪਰ ਪੈਸੇ ਖਰਾਬ ਨਾ ਕਰੋ। ਸਮਝ ਲਓ ਕਿ ਜਿਹੜਾ 5-7 ਲੱਖ ਰੁਪਏ ਤੋਂ ਬਚਾ ਲੈਂਦੇ ਹੋ ਨਾ, ਤੇ ਉਹੀ ਸਮਝ ਲਓ ਤੁਸੀਂ ਉੱਥੇ ਜਾ ਕੇ ਮਿਹਨਤ ਕਰ ਲਈ ਆ। ਜਿਹੜੇ ਤੁਸੀਂ 4-5 ਮਹੀਨੇ ਲਾ ਕੇ ਪੈਸੇ ਕਮਾਉਣੇ ਨਾ, ਤੁਹਾਡੇ ਤੇ ਇੱਥੇ ਬਚਾ ਕੇ ਜਾ ਸਕਦੇ ਹੋ। ਸੋ ਜਦੋਂ ਵੀ ਆਪਣਾ ਸਟੱਡੀ ਵੀਜ਼ਾ, ਟੂਰਿਸਟ ਵੀਜ਼ਾ, ਵਰਕ ਵੀਜ਼ਾ, ਬਿਜ਼ਨਸ ਵੀਜ਼ਾ ਜਾਂ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਅਪਲਾਈ ਕਰਦੇ ਹੋ, ਹਰ ਇੱਕ ਚੀਜ਼ ਦੀ ਖੁਦ ਨੌਲੇਜ ਲੈ ਕੇ ਡਿਟੇਲ ਦੇ ਵਿੱਚ ਸਾਰੀਆਂ ਚੀਜ਼ਾਂ ਸਮਝੋ। ਇਸ ਸੀਰੀਜ਼ ਦੇ ਵਿੱਚ ਇਹ ਸਾਰੀਆਂ ਵੀਡੀਓ ਦਾ ਸਾਡਾ ਮਕਸਦ ਲਿਆਉਣ ਦਾ ਹੈਗਾ ਹੀ ਇਹ ਆ ਕਿ ਤੁਸੀਂ ਖੁਦ ਅਵੇਅਰ ਹੋ ਸਕੋ। ਆਪਣੀ ਆਉਣ ਵਾਲੀ ਵੀਡੀਓਜ਼ ਦੇ ਵਿੱਚ ਮੈਂ ਟਰਾਈ ਕਰੂੰਗਾ ਕਿ ਲਾਈਵ ਸੈਸ਼ਨ ਚਲਾ ਸਕਾਂ, ਜਿਹਦੇ ਵਿੱਚ ਦੱਸ ਸਕਾਂ ਕਿ ਜਿਹੜੀ ਤੁਹਾਡੀ ਆਪਣੀ ਫਾਈਲ ਲੱਗਦੀ ਆ ਉਹ ਕਿਹੜੇ ਤਰੀਕੇ ਨਾਲ ਲੱਗਦੀ ਆ। ਕਿਤੇ ਵੀ ਕਿਸੇ ਵੀ ਬੰਦੇ ਦੀ ਕਿਤੇ ਵੀ ਕਿਸੇ ਤਰ੍ਹਾਂ ਸੈਟਿੰਗ ਨਹੀਂ ਹੋ ਸਕਦੀ, ਕਿਉਂਕਿ ਇੱਕ ਕੰਪਿਊਟਰਾਈਜ਼ ਸਮਝ ਲਓ ਕਿ ਆਟੋਮੈਟਿਕਲੀ ਫਾਈਲ ਐਮਬੈਸੀ ਦੇ ਵਿੱਚ ਚੈੱਕ ਹੁੰਦੀ ਆ। ਕੋਈ ਬੰਦਾ ਉੱਥੇ ਜਿਹੜਾ ਬੈਠਾ ਹੋਇਆ ਤੁਹਾਡੀ ਫਾਈਲ ਦੇ ਵਿੱਚ ਯੈਸ ਨੋ ਨਹੀਂ ਕਰ ਸਕਦਾ, ਕਿਸੇ ਦੀ ਸੈਟਿੰਗ ਨਹੀਂ ਚੱਲ ਸਕਦੀ। ਜੇ ਐਮਬੈਸੀ ਦੇ ਵਿੱਚ ਇੱਕ ਜਗ੍ਹਾ ਦੇ ਉੱਪਰ ਬੰਦਾ ਬੈਠਦਾ ਤੇ 10-15 ਦਿਨ ਤੋਂ ਬਾਅਦ ਉਸ ਬੰਦੇ ਦੀ ਉਸ ਜਗ੍ਹਾ ਦੇ ਉੱਪਰ ਡਿਊਟੀ ਨਹੀਂ ਹੁੰਦੀ, ਭਾਵੇਂ ਇਹ ਵੀ ਗੱਲ ਸਮਝ ਲਓ ਕਿ ਹਵਾ ਦੇ ਵਿੱਚ ਹੋਵੇ, ਪਰ ਫਿਰ ਵੀ ਤੁਸੀਂ ਮੰਨ ਕੇ ਚੱਲੋ ਕਿ ਫਾਈਲ ਆਟੋਮੈਟਿਕਲੀ ਤੁਹਾਡੀ ਚੈੱਕ ਹੋਣੀ ਆ। ਤੁਹਾਡੀ ਪੋਰਟਲ ਦੇ ਉੱਪਰ ਤੁਹਾਡੇ ਡਾਕੂਮੈਂਟਸ ਪੈਣੇ ਆ। ਜਿੱਦਾਂ ਇੱਕ ਫੇਸਬੁੱਕ ਦੀ ਸਮਝ ਲਓ ਤੁਸੀਂ ਆਈਡੀ ਬਣਾਉਂਦੇ ਜੇ ਨਾ, ਸੇਮ ਉੱਦਾਂ ਤੁਹਾਡੀ ਆਈਡੀ ਬਣਦੀ ਆ, ਤੁਹਾਡੇ ਡਾਕੂਮੈਂਟਸ ਵਿੱਚ ਅਪਲੋਡ ਕੀਤੇ ਜਾਂਦੇ ਆ। ਉਸ ਤੋਂ ਬਾਅਦ ਉਸ ਨੂੰ ਫਾਈਲ ਅਪਲੋਡ ਕਰਨ ਤੋਂ ਬਾਅਦ ਐਮਬੈਸੀ ਚੈੱਕ ਕਰਦੀ ਆ। ਜਦੋਂ ਉੱਥੇ ਆਟੋਮੈਟਿਕਲੀ ਫਾਈਲ ਚੈੱਕ ਹੋ ਕੇ ਹੁੰਦੀ ਹੈ, ਜੇ ਤੇ ਤੁਸੀਂ ਰਿਕੁਆਇਰਮੈਂਟਸ ਦੇ ਅਕੋਰਡਿੰਗ ਪ੍ਰੋਪਰ ਤੁਹਾਡੀ ਰਿਕੁਆਇਰਮੈਂਟ ਸਾਰੀਆਂ ਮੀਟ ਕਰ ਰਹੀਆਂ, ਹੁਣ ਤੁਸੀਂ ਐਲੀਜੀਬਲ ਹੋਵੋ ਤੇ ਤੁਹਾਡਾ ਵੀਜ਼ਾ ਆ ਜਾਂਦਾ ਵਾ। ਇਹ ਤੋਂ ਉੱਪਰ ਹੋਰ ਕੋਈ ਦੂਜੀ ਚੀਜ਼ ਨਹੀਂ ਹੁੰਦੀ। ਕੋਈ ਇਹਦੇ ਵਿੱਚ ਤੁਸੀਂ ਕੰਧਾਂ ਟੱਪ ਕੇ ਬਾਹਰ ਨਹੀਂ ਚੱਲਣੇ। ਸਿਸਟਮੈਟਿਕਲੀ ਡਾਕੂਮੈਂਟਸ ਹੋਣਗੇ ਤੇ ਵੀਜ਼ਾ ਆਊਗਾ। ਪ੍ਰੋਪਰ ਦੇਖ ਕੇ ਰਿਕੁਆਇਰਮੈਂਟਸ ਮੀਟ ਕਰੋ, ਜਿਹੜੀ ਤੁਸੀਂ ਆਪਣੀ ਰਿਕੁਆਇਰਮੈਂਟਸ ਪੂਰੀਆਂ ਕਰੋਗੇ ਤੇ ਵੀਜ਼ਾ ਆ ਜਾਊਗਾ। ਇਸ ਟਾਈਮ ਦੇ ਉੱਪਰ ਵੈਸੇ ਵੀ ਸਟੱਡੀ ਵੀਜ਼ਾ ਦੀ ਰਿਕੁਆਇਰਮੈਂਟ ਘਟਾ ਦਿੱਤੀ ਗਈ ਬੈਂਡ ਸਕੋਰ ਦੀ। ਹੁਣ 6 ਓਵਰਆਲ ਦੇ ਉੱਪਰ ਭਾਵੇਂ 1 ਜਾਂ 2 ਮੋਡਿਊਲਾਂ ਦੇ ਵਿੱਚੋਂ 5 ਜਾਂ 5.5 ਹੀ ਬੈਂਡ ਸਕੋਰ ਆ। ਭਾਵੇਂ ਤੁਹਾਡੀ ਫਾਈਲ ਪਹਿਲਾਂ 3-4-5 ਵਾਰ ਰਿਫਿਊਜ਼ ਵੀ ਕਿਉਂ ਨਹੀਂ ਹੋਗੀ, ਫਿਰ ਵੀ ਕੋਈ ਦਿੱਕਤ ਨਹੀਂ ਹੈਗੀ। ਤੁਹਾਡਾ ਵੀਜ਼ਾ ਆਰਾਮ ਨਾਲ ਆ ਸਕਦਾ ਵਾ। ਜਿਹੜਾ ਮਰਜ਼ੀ ਹੁਣ ਇੰਗਲਿਸ਼ ਦਾ ਪੇਪਰ ਦੇ ਦਿਓ, ਪੀਟੀ, ਸੈਲਫ, ਕੇਲ, ਟੋਫਲ ਜਾਂ ਫਿਰ ਆਈਲੈਟਸ ਦੇ ਵਿੱਚੋਂ 6 ਬੈਂਡ ਲਿਆਓ, ਤੁਹਾਡਾ ਕੈਨੇਡਾ ਦਾ ਸਟੱਡੀ ਵੀਜ਼ਾ ਈਜ਼ੀਲੀ ਲੱਗ ਸਕਦਾ ਵਾ। ਜੇ ਤੁਸੀਂ ਆਪਣਾ ਵੀਜ਼ਾ ਸਾਡੇ ਥਰੂ ਕਰਵਾਉਣਾ ਚਾਹੁੰਦੇ ਹੋ, ਸਾਰੇ ਹੀ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਚਾਹੁੰਦੇ ਹੋ, ਤਾਂ ਉਹ ਵੀ ਹੋ ਸਕਦਾ ਵਾ। ਕੈਨੇਡਾ ਦੇ ਸਟੱਡੀ ਵੀਜ਼ੇ ਦੇ ਵਿੱਚ ਸਿਰਫ GIC ਤੁਹਾਨੂੰ ਖੁਦ ਤਾਰਨੀ ਪਊਗੀ। ਬਾਕੀ ਰਹਿ ਕੀ ਮਗਰ ਜਾਂਦਾ ਸਿਰਫ ਫੀਸ, ਉਹਦਾ ਆਪਾਂ ਪੈਕੇਜ ਤੁਹਾਡੇ ਨਾਲ ਕਰ ਸਕਦੇ ਹਾਂ। ਪਰ ਇਹ ਹੈ ਕਿ ਤੁਹਾਨੂੰ ਕਿਤੇ ਵੀ ਇਹ ਡਰ ਨਹੀਂ ਹੋਊਗਾ ਕਿ ਤੁਹਾਡਾ ਕਿਤੇ ਕੋਈ ਪੈਸਾ ਖਰਾਬ ਹੋ ਜਾਊਗਾ। ਅਸੀਂ ਫਾਈਲ ਲਾਉਣ ਲੱਗੇ ਕੋਈ ਵੀ ਸਟੱਡੀ ਵੀਜ਼ਾ ਦੇ ਵਿੱਚ ਆਪਣੀ ਕੰਸਲਟੈਂਸੀ ਫੀਸ ਨਹੀਂ ਲੈਂਦੇ। ਜਿਹੜੀ ਟੂਰਿਸਟ ਵੀਜ਼ਾ ਦੀ ਅਸੀਂ ਫਾਈਲ ਕਰਦੇ ਹਾਂ, ਉਹਦੇ ਵਿੱਚ ਜਸਟ ਅਸੀਂ ਕੰਸਲਟੈਂਸੀ ਫੀਸ ਲੈਂਦੇ ਹਾਂ, ਨਾਲ ਉਹਦਾ ਆਪਣਾ ਨਾਲ ਦੇ ਨਾਲ ਤੁਹਾਨੂੰ ਟ੍ਰਾਂਸਕ੍ਰਿਪਟ ਕੱਟ ਕੇ ਦੇ ਦਿੰਦੇ ਆ ਆਪਣੀ ਬਿੱਲ ਬੁੱਕ ਤੋਂ, ਜਿਹਦੇ ਵਿੱਚ 18% ਸਾਡੀ GST ਕੱਟੀ ਜਾਂਦੀ ਆ। ਇੱਕ ਨੰਬਰ ਦੇ ਵਿੱਚ ਪੇਮੈਂਟ ਆਉਂਦੀ ਆ। ਜਦੋਂ ਸਾਡੇ ਥਰੂ ਫਾਈਲ ਅਪਲਾਈ ਕਰੋ ਤਾਂ ਪ੍ਰੋਪਰ ਬਿੱਲ ਉਹਦਾ ਲੈ ਕੇ ਜਾਓ। ਬਿੱਲ ਤੋਂ ਬਗੈਰ ਮੇਰੇ ਆਫਿਸ ਦੇ ਵਿੱਚ ਕੋਈ ਫਾਈਲ ਨਹੀਂ ਦਿੱਤੀ ਜਾਂਦੀ। ਜੇ ਮੇਰੇ ਤੋਂ ਬਿਨਾਂ ਤੁਹਾਡੇ ਕੋਲੋਂ ਕੋਈ ਪੈਸੇ ਵੱਧ ਮੰਗਦਾ ਵਾ ਤਾਂ ਮੇਰੀ ਕੋਈ ਜ਼ਿੰਮੇਵਾਰੀ ਉਸ ਚੀਜ਼ ਦੀ ਨਹੀਂ ਹੈਗੀ। ਜਦੋਂ ਤੁਹਾਡੀ ਫਾਈਲ ਸਮਝ ਲਓ ਸਾਡੇ ਆਫਿਸ ਦੇ ਵਿੱਚ ਯੈਸ ਹੋਊਗੀ ਤਾਂ ਮੈਂ ਤੁਹਾਨੂੰ ਜ਼ਰੂਰ ਮਿਲੂੰਗਾ। ਜੇ ਸਮਝ ਲਓ ਕਿ ਮੇਰੇ ਤੋਂ ਬਿਨਾਂ ਫਾਈਲ ਕੋਈ ਕਿਸੇ ਦੀ ਵੀ ਯੈਸ ਹੁੰਦੀ ਪਈ ਆ ਤਾਂ ਸਮਝ ਲਓ ਤੁਹਾਡੇ ਨਾਲ ਫਰੋਡ ਹੋ ਰਿਹਾ ਵਾ। ਮੇਰੇ ਇੱਥੇ ਕੋਈ ਵੀ ਲੱਖਾਂ ਰੁਪਏ ਦੇ ਵਿੱਚ ਪੈਸੇ ਨਹੀਂ ਮੰਗੇ ਜਾਣਗੇ। ਸਿਰਫ ਟੂਰਿਸਟ ਵੀਜ਼ਾ ਦੇ ਵਿੱਚ ਕੰਸਲਟੈਂਸੀ ਫੀਸ ਚਾਰਜ ਕੀਤੀ ਜਾਂਦੀ ਆ, ਸਟੱਡੀ ਵੀਜ਼ਾ ਦੇ ਵਿੱਚ ਉਹ ਵੀ ਨਹੀਂ ਚਾਰਜ ਕੀਤੀ ਜਾਂਦੀ, ਕਿਉਂਕਿ ਸਾਨੂੰ ਕਾਲਜ ਵੱਲੋਂ ਹੀ ਕਮਿਸ਼ਨ ਆ ਜਾਂਦੀ ਆ। ਸੋ ਜਦੋਂ ਵੀ ਆਪਣੀ ਫਾਈਲ ਸਾਡੇ ਥਰੂ ਅਪਲਾਈ ਕਰੋ ਤਾਂ ਇਹ ਚੀਜ਼ ਦਿਮਾਗ 'ਚ ਜ਼ਰੂਰ ਰੱਖਿਓ
ਕਿ ਜੇ ਭਾਵੇਂ ਫੋਨ ਦੇ ਉੱਪਰ ਫਾਈਨਲ ਕਰ ਰਹੇ ਹੋ ਜਾਂ ਮਿਲ ਕੇ ਫਾਈਨਲ ਕਰ ਰਹੇ ਹੋ ਤਾਂ ਮੇਰੀ ਤੁਹਾਡੇ ਨਾਲ ਗੱਲ ਜ਼ਰੂਰ ਹੋਊਗੀ। ਮੈਂ ਆਪਣੇ ਕਿਸੇ ਵੀ ਕਲਾਇੰਟ ਦੀ ਫਾਈਲ ਮੇਰੇ ਨਾਲ ਗੱਲ ਹੋਏ ਤੋਂ ਬਿਨਾ ਫਾਈਨਲ ਨਹੀਂ ਕਰਦਾ। ਬਾਕੀ ਜੇ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੀ ਡਿਟੇਲ ਲੈਣਾ ਚਾਹੁੰਦੇ ਹੋ ਜਾਂ ਫਿਰ ਸਾਡੇ ਥਰੂ ਫਾਈਲ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਨੂੰ 7617738138 ਤੇ ਕਾਲ ਕਰ ਸਕਦੇ ਹੋ, ਜਾਂ ਫਿਰ ਬਟਾਲੇ ਸ਼ਹਿਰ ਦੇ ਵਿੱਚ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਸਾਡਾ ਆਫਿਸ ਬੀਰ ਇਮੀਗ੍ਰੇਸ਼ਨ ਐਂਡ ਅ ਲੈਂਗੁਏਜ ਸਕੂਲ ਨਾਮ ਤੋਂ ਹੈਗਾ ਆ। ਕਾਦੀਆਂ ਦੀ ਚੁੰਗੀ ਬਾਲ ਹਸਪੀਟਲ ਦੇ ਸਾਹਮਣੇ ਸ਼ਹਿਰ ਬਟਾਲਾ ਦੇ ਵਿੱਚ ਇਹ ਆਫਿਸ ਹੈਗਾ ਵਾ। ਇੱਥੇ ਆ ਕੇ ਡਾਇਰੈਕਟ ਤੁਸੀਂ ਮੈਨੂੰ ਮਿਲ ਸਕਦੇ ਹੋ। ਧੰਨਵਾਦ।